Yes, today we will start with question number 4. L and M are two parallel lines intersected by another pair of parallel lines P and Q. See in the figure, L and M both are parallel lines. ਇਹਨਾਂ ਨੂੰ ਇੰਟਰਸੈਕਟ ਕੌਣ ਕਰ ਰਹੀ ਹੈ? ਦੋ ਪੈਰਲ ਲਾਈਨਸ P ਔਰ Q. P ਤੇ Q ਵੀ ਇੱਕ ਦੂਸਰੇ ਦੇ ਪੈਰਲਲ ਨੇ. ਇਹ ਦੋਨੋਂ L ਤੇ M ਲਾਈਨ ਨੂੰ ਇੰਟਰਸੈਕਟ ਕਰ ਰਹੀਆਂ ਨੇ. Show that ABC triangle ABC. This triangle is congruent to triangle CDA. CDA means ਇਹਨਾਂ ਦੋਨੋਂ ਟ੍ਰਾਇੰਗਲਸ ਨੂੰ ਕੀ ਪ੍ਰੂਫ ਕਰਨਾ ਹੈ? ਕੌਨਗਰੂਐਂਟ. ਵੀ ਹੈਵ 5 ਕ੍ਰਾਈਟੇਰੀਆਜ਼. ਅਗਰ ਉਹਨਾਂ ਦੇ ਵਿੱਚੋਂ ਇੱਕ ਵੀ ਕ੍ਰਾਈਟੇਰੀਆ ਆਪਾਂ ਵੈਲਿਡ ਕਰ ਦਿੰਦੇ ਹਾਂ, ਸੈਟੀਸਫਾਈ ਕਰ ਦਿੰਦੇ ਹਾਂ, ਤਾਂ ਟ੍ਰਾਇੰਗਲਸ ਕੀ ਹੋ ਜਾਣਗੀਆਂ? ਕੌਨਗਰੂਐਂਟ ਪ੍ਰੂਫ. ਨਾਓ ਸੀ ਕੁਐਸਚਨ ਨੰਬਰ 4. ਵੀ ਵਿਲ ਡਰਾ ਦ ਫਿਗਰ ਫਸਟ. L and M. L and M both are parallel lines. ਇਹਨਾਂ ਨੂੰ ਇੰਟਰਸੈਕਟ ਕੌਣ ਕਰ ਰਹੀਆਂ ਨੇ? Parallel lines ਦਾ ਪੇਅਰ. P ਤੇ Q ਵੀ ਕੀ ਨੇ? Parallel lines. Now this is given. We will write here given. What is given? कि L line is parallel to M line. P line is parallel to Q line. This is given. Now this point is A, this point is B, this point is C, and this point is D. Check figure is given. We have to prove here कि ABC triangle, this triangle is congruent to CDA triangle. Now to prove, what we will write? की prove करना है अपना कि triangle ABC congruent है triangle CDA दी. This we have to prove. Now we will start with proof. हाँ जी, जो ट्राइंगल्स ਨੂੰ ਆਪਾਂ ਕੌਨਗਰੂਐਂਟ ਪ੍ਰੂਫ ਕਰਨਾ ਉਹੀ ਦੋ ਟਰਾਇੰਗਲਸ ਲਵਾਂਗੇ ਇਨ ਟਰਾਇੰਗਲ ABC ਐਂਡ ਟਰਾਇੰਗਲ CDA. ਇਹਨਾਂ ਦੋਨੋਂ ਟਰਾਇੰਗਲਸ ਦੇ ਵਿੱਚ ਆਓ. ਦੇਖੋ ਜਦੋਂ ਲਾਈਨ ਸਿਰਫ L ਤੇ M ਲਾਈਨਸ ਨੇ, ਠੀਕ ਹੈ ਜੀ. ਹੁਣ ਜਸਟ ਇਹ ਵਾਲੀ ਲਾਈਨ ਲੈ ਲਓ AC. ਪੈਰਲਲ ਲਾਈਨਸ ਨੂੰ ਜਿਹੜੀ ਲਾਈਨ ਕੱਟ ਕਰਦੀ ਆ, ਦੋ ਪੁਆਇੰਟ ਕੱਟ ਕਰ ਰਹੀ ਹੈ ਨਾ A ਔਰ C ਤੇ, ਤਾਂ ਉਹਨੂੰ ਬੋਲਦੇ ਆ ਟਰਾਂਸਵਰਸਲ ਲਾਈਨ. ਸੋ ਇਹ ਵਾਲਾ ਐਂਗਲ ਇਸ ਲਾਈਨ ਦੇ ਰਾਈਟ ਹੈਂਡ ਸਾਈਡ ਬਣ ਰਿਹਾ ਔਰ ਇਹ ਵਾਲਾ ਐਂਗਲ ਲੈਫਟ ਹੈਂਡ ਸਾਈਡ ਬਣ ਰਿਹਾ. ਸੋ ਇਹ ਦੋਨੋਂ ਐਂਗਲ ਕੀ ਹੋਏ? ਅਲਟਰਨੇਟ ਇੰਟੀਰੀਅਰ ਐਂਗਲ. ਔਰ ਪੈਰਲਲ ਲਾਈਨਸ ਦੇ ਵਿੱਚ ਅਲਟਰਨੇਟ ਇੰਟੀਰੀਅਰ ਐਂਗਲ ਇਕੁਅਲ ਹੁੰਦੇ ਆ. ਇਹ ਵਾਲਾ ਐਂਗਲ ਤੇ ਇਹ ਵਾਲਾ ਐਂਗਲ. ਠੀਕ, ਇਹ ਵਾਲੇ ਐਂਗਲ ਦਾ ਨੇਮ ਕੀ ਹੈ? DAC. ਰਾਈਟ ਡਾਊਨ ਹੇਅਰ DAC. ਔਰ ਇਹ ਵਾਲੇ ਐਂਗਲ ਦਾ ਨੇਮ ਕੀ ਹੈ? BCA. BCA. ਇਹ ਦੋਨੋਂ ਕੀ ਹੋਣਗੇ? ਇਕੁਅਲ. ਕਿਉਂ? ਅਲਟਰਨੇਟ ਇੰਟੀਰੀਅਰ ਐਂਗਲਸ. ਠੀਕ, ਹੁਣ ਤੁਸੀਂ ਇਹ ਦੋ ਲਾਈਨਸ ਲਓ P ਤੇ Q. P ਤੇ Q ਉਹੀ ਸੇਮ ਲਾਈਨ ਬਣਾਓ ਦੁਬਾਰਾ A ਤੇ C. ਠੀਕ, ਇਹ ਵਾਲਾ ਜਿਹੜਾ ਐਂਗਲ ਹੈ ਔਰ ਇਹ ਵਾਲਾ ਐਂਗਲ ਦੋਨੋਂ ਆਪੋਜ਼ਿਟ ਸਾਈਡਸ ਬਣ ਰਹੇ ਆ. ਠੀਕ ਹੈ, ਇੱਕ ਅਬਵ ਬਣ ਰਿਹਾ, ਇੱਕ ਡਾਊਨ ਸਾਈਡ ਬਣ ਰਿਹਾ. ਸੋ ਇਹ ਦੋਨੋਂ ਵੀ ਕੀ ਹੋਣਗੇ? ਇਕੁਅਲ. ਕਿਹੜੇ ਐਂਗਲ? ਇੱਕ ਤਾਂ ਇਹ ਵਾਲਾ ਐਂਗਲ ਤੇ ਇੱਕ ਇਹ ਵਾਲਾ ਐਂਗਲ. ਠੀਕ, ਇਹ ਦੋਨੋਂ ਵੀ ਕੀ ਹੋਣਗੇ? ਇਕੁਅਲ. ਇਸ ਐਂਗਲ ਦਾ ਨੇਮ ਕੀ ਹੈ? BAC. ਰਾਈਟ ਡਾਊਨ ਹੇਅਰ BAC is equal to ਇਸ ਐਂਗਲ ਦਾ ਨੇਮ ਕੀ ਹੈ ਜੀ? DCA. ਰਾਈਟ ਡਾਊਨ ਹੇਅਰ DCA. ਇਹ ਵੀ ਕਿਉਂ ਇਕੁਅਲ ਨੇ? ਕਿਉਂਕਿ ਅਲਟਰਨੇਟ ਇੰਟੀਰੀਅਰ ਐਂਗਲਸ ਨੇ. You will write here full form alternate interior angles. Now ਦੋ ਕੰਡੀਸ਼ਨ ਤਾਂ ਆ ਗਈਆਂ. ਕਿੱਥੋਂ ਆਈਆਂ ਕੰਡੀਸ਼ਨ? ਕਿਉਂਕਿ L ਲਾਈਨ ਪੈਰਲਲ ਸੀ M ਲਾਈਨ ਦੇ, P ਲਾਈਨ ਪੈਰਲਲ ਸੀ Q ਲਾਈਨ ਦੇ. ਥਰਡ ਕੰਡੀਸ਼ਨ ਦੇਖੋ ਇਹਨਾਂ ਦੋਨੋਂ ਟਰਾਇੰਗਲਸ ਦੇ ਵਿੱਚ. ਆ ਜਿਹੜੀ ਲਾਈਨ ਹੈ AC ਲਾਈਨ ਇਸ ਟਰਾਇੰਗਲ ਦੇ ਵਿੱਚ ਵੀ ਹੈ ਔਰ ਇਸ ਟਰਾਇੰਗਲ ਦੇ ਵਿੱਚ ਵੀ ਹੈ. ਸੋ ਇਹ ਕਾਮਨ ਹੋਈ ਇਹ ਵਾਲੀ ਲਾਈਨ. ਜਦੋਂ ਇਹ ਵਾਲੀ ਟਰਾਇੰਗਲ ਡਰਾ ਕਰ ਰਹੇ ਹੋ ਤੁਸੀਂ ਤਾਂ ਉਦੋਂ ਵੀ AC ਇਸ ਟਰਾਇੰਗਲ ਦੀ ਸਾਈਡ ਆ ਰਹੀ ਹੈ. ਜਦੋਂ ਇਹ ਵਾਲੀ ਟਰਾਇੰਗਲ ਬਣਾ ਰਹੇ ਹੋ ਉਦੋਂ ਵੀ AC ਆ ਰਹੀ ਹੈ. ਸੋ AC ਕੀ ਹੋ ਗਈ ਜੀ? ਕਾਮਨ. AC ਫਸਟ ਥਰਡ, ਇੱਥੇ ਫਸਟ ਥਰਡ ਹੈ ਜੀ CA. ਸੋ AC is equal to CA corresponding sides, है ना. सो वी विल राइट हेयर कॉमन. क्यों इक्वल ने दोनों? क्योंकि कॉमन है. तीन कंडीशन हो गई, दो एंगल तो एक साइड. हुण ये देखना है कि दो एंगल्स के विच वाली साइड है कि एक्सक्लूडिड वाली है. आ दो एंगल एक ट्राइंगल्स देखते हैं आप क्राइटेरिया. ये वाली ट्राइंगल चाहो एंगल, फिर ये वाली साइड, फिर ये एंगल. एंगल साइड एंगल जी ये साइड है ना, दोनों एंगल्स के विच वाली है इंक्लूडिड है. सो बाय ASA रूल या क्राइटेरिया ट्राइंगल ABC इज कॉन्ग्रुएंट टू ट्राइंगल CDA. ठीक, यही प्रूव करना सी. डन. नाउ नेक्स्ट क्वेश्चन, फिफ्थ क्वेश्चन. वी विल रीड द स्टेटमेंट फर्स्ट. लाइन L इज अ बाइसेक्टर ऑफ एंगल A. जी लाइन L है ना, देखो फिगर ए वाली लाइन L एंगल इनू बाइसेक्ट कर रही, तो ये दोनों की होंगे इक्वल. नैक्सट BP एंड BQ आर परपेंडिकुलर फ्रॉम B टू द आर्म्स ऑफ एंगल A. आर्म्स बारे मैं दसिया तुहानू ਜਦੋਂ ਚੈਪਟਰ 6 ਪੜਿਆ ਸੀ ਕਿ ਐਂਗਲਸ ਦੀਆਂ ਆਰਮਸ ਕੀ ਹੁੰਦੀਆਂ? ਜਿਹੜੇ ਦੋ ਲਾਈਨਸ ਦੇ ਵਿੱਚ ਜਿਹੜੀਆਂ ਦੋ ਰੇਜ਼ ਦੇ ਵਿੱਚ ਐਂਗਲ ਬਣਦਾ ਹੈ ਨਾ, ਉਹਨਾਂ ਨੂੰ ਆਰਮਸ ਬੋਲਦੇ ਆ. ਹੁਣ ਐਂਗਲ A ਕਿਹੜੀਆਂ ਦੋ ਰੇਜ਼ ਦੇ ਵਿੱਚ ਬਣ ਰਿਹਾ? ਇੱਕ ਤਾਂ ਇਹ ਵਾਲੀ ਲਾਈਨ ਤੇ ਇੱਕ ਇਹ ਵਾਲੀ ਲਾਈਨ ਦੇ ਵਿੱਚ ਬਣ ਰਿਹਾ ਐਂਗਲ. ਜਿਹੜਾ ਐਂਗਲ A ਆ ਦੋ ਲਾਈਨਸ ਦੇ ਵਿੱਚ ਬਣ ਰਿਹਾ, ਤਾਂ ਇਹ ਦੋਨੋਂ ਕੀ ਹੋ ਗਈਆਂ? ਆਰਮਸ. ਠੀਕ, ਇੱਕ ਤਾਂ ਇਹ ਵਾਲੀ ਲਾਈਨ AQ ਤੇ ਇੱਕ ਇਹ ਵਾਲੀ ਲਾਈਨ AP. ਇਹ ਦੋਨੋਂ ਕੀ ਨੇ? ਐਂਗਲ A ਦੀਆਂ ਆਰਮਸ. ਆਰਮਸ ਦੇ ਉੱਪਰ BQ ਤੇ BP ਦੋਨੋਂ ਕੀ ਨੇ ਜੀ? ਪਰਪੈਂਡੀਕੂਲਰ. ਪਰਪੈਂਡੀਕੂਲਰ ਤੇ ਦੋਨੋਂ ਐਂਗਲ ਕੀ ਹੋਣਗੇ? 90 ਡਿਗਰੀ ਦੇ. प्रूफ की करना है कि APB ट्राइंगल कॉन्ग्रुएंट है AQB ट्राइंगल दे. सैकेंड प्रूफ करना है कि BP इक्वल है BQ दे. हाँ जी, हम फिगर बनावांगे. पहला सब तो पहले एक आपां नूं एंगल A गिवन है. ठीक,
ਔਰ ਇਹ ਲਾਈਨ ਜਿਹੜੀ ਐਲ ਹੈ ਉਹ ਐਂਗਲ ਏ ਨੂੰ ਬਾਈਸੈਕਟ ਕਰ ਰਹੀ ਹੈ ਤਾਂ ਇਹ ਦੋਨੋਂ ਕੀ ਹੋਣਗੇ ਇਕੁਅਲ। ਹੁਣ ਲਾਈਨ ਐਲ ਦੇ ਉੱਪਰ ਇੱਕ ਪੁਆਇੰਟ ਹੈ ਬੀ ਪੁਆਇੰਟ ਤੋਂ ਆਰਮਸ ਦੇ ਉੱਪਰ ਐਂਗਲ ਏ ਦੀਆਂ ਆਰਮਸ ਦੇ ਉੱਪਰ ਦੋ ਪਰਪੈਂਡੀਕੂਲਰ ਬਣਾਏ ਗਏ ਬੀ ਪੀ ਤੇ ਬੀ ਕਿਊ। ਠੀਕ, ਨਾਓ ਵੀ ਹੈਵ ਟੂ ਪ੍ਰੂਫ। ਹਾਂਜੀ, ਫਸਟਲੀ ਵਿਲ ਰਾਈਟ ਗਿਵਨ। ਵਟ ਇਜ਼ ਗਿਵਨ? ਗਿਵਨ ਕੀ ਹੈ ਜੀ? ਇਹ ਗਿਵਨ ਹੈ ਕਿ ਜਿਹੜੀ ਲਾਈਨ ਐਲ ਹੈ ਨਾ ਉਹ ਬਾਈਸੈਕਟ ਕਰ ਰਹੀ ਹੈ, ਬਾਈਸੈਕਟਸ ਐਂਗਲ ਏ। ਐਲ ਲਾਈਨ ਕੀ ਕਰ ਰਹੀ ਹੈ? ਐਂਗਲ ਏ ਨੂੰ ਬਾਈਸੈਕਟ ਕਰ ਰਹੀ ਹੈ, ਮੀਨਸ ਦੈਟ ਇਜ਼ ਇਹ ਦੋਨੋਂ ਐਂਗਲ ਕੀ ਹੋਣਗੇ ਇਕੁਅਲ। ਇਸ ਐਂਗਲ ਨੂੰ ਕੀ ਬੋਲਾਂਗੇ? ਬੀ ਏ ਕਿਊ। ਔਰ ਇਸ ਐਂਗਲ ਨੂੰ ਕੀ ਬੋਲਾਂਗੇ? ਬੀ ਏ ਪੀ। ਰਾਈਟ ਡਾਊਨ ਹੇਅਰ ਕਿ ਬੀ ਏ ਕਿਊ ਇਕੁਅਲ ਹੋਏਗਾ ਬੀ ਏ ਪੀ ਦੇ। ਠੀਕ, ਨਾਓ ਨੈਕਸਟ ਐਂਗਲ ਪੀ ਤੇ ਐਂਗਲ ਕਿਊ ਦੋਨੋਂ ਕੀ ਹੋਣਗੇ 90, ਕਿਉਂਕਿ ਬੋਲੇ ਹੈ ਨਾ ਕਿ ਬੀ ਕਿਊ ਤੇ ਬੀ ਪੀ ਪਰਪੈਂਡੀਕੂਲਰ ਹੈ ਤਾਂ ਇਨਡਾਇਰੈਕਟਲੀ ਗਿਵਨ, ਡਾਇਰੈਕਟਲੀ ਨਹੀਂ ਗਿਵਨ ਹੈਗਾ ਕਿ ਕਿਊ 90 ਹੈ ਪੀ 90 ਹੈ, ਨਹੀਂ, ਉਹਨਾਂ ਨੇ ਇਹ ਲਿਖਿਆ ਕਿ ਬੀ ਪੀ ਔਰ ਬੀ ਕਿਊ ਪਰਪੈਂਡੀਕੂਲਰ ਹੈ, ਸੋ ਓਬਵੀਅਸਲੀ ਇਹ ਕੀ ਹੋਣਗੇ 90 ਡਿਗਰੀ ਦੇ। ਸੋ ਦੀਸ ਟੂ ਕੰਡੀਸ਼ਨਸ ਆਰ ਗਿਵਨ ਬਟ ਵੀ ਹੈਵ ਟੂ ਪ੍ਰੂਵ। ਰਾਈਟ ਡਾਊਨ ਟੂ ਪ੍ਰੂਫ। ਪ੍ਰੂਫ ਕੀ ਕਰਨਾ ਹੈ ਜੀ? ਟੂ ਥਿੰਗਸ ਵੀ ਹੈਵ ਟੂ ਪ੍ਰੂਵ। ਇਨ ਫਸਟ ਪਾਰਟ ਵੀ ਹੈਵ ਟੂ ਪ੍ਰੂਫ triangle APB is congruent to triangle AQB. In second part we have to prove BP equal to BQ. Now we will start with proof. I am writing this side because this side not available much space, so I'll write proof here. ਹਾਂਜੀ, in triangle ਇਹਨਾਂ ਦੋਨੋਂ triangles ਨੂੰ ਲਵਾਂਗੇ ABP and triangle ABQ. ਠੀਕ, ਇਹਨਾਂ ਦੋਨੋਂ ਟਰਾਇੰਗਲ ਦੇ ਵਿੱਚ ਆਓ। ਇੱਕ ਤਾਂ ਇਹ ਦੋਨੋਂ ਐਂਗਲ ਇਕੁਅਲ ਨੇ, ਰਾਈਟ ਡਾਊਨ ਕਿ ਬੀ ਏ ਕਿਊ ਐਂਗਲ ਇਕੁਅਲ ਹੈ ਜੀ ਬੀ ਏ ਪੀ, ਕਿਉਂਕਿ ਗਿਵਨ ਸੀ। ਸੈਕਿੰਡ ਗਿਵਨ ਹੈ ਕਿ ਪੀ ਤੇ ਕਿਊ ਦੋਨੋਂ ਐਂਗਲ 90 ਡਿਗਰੀ ਦੇ। ਇਹ ਦੋਨੋਂ ਕੰਡੀਸ਼ਨ ਤਾਂ ਗਿਵਨ ਹੈ। ਤੀਸਰੀ ਕੰਡੀਸ਼ਨ ਫਿਗਰ ਤੋਂ ਮਿਲੇਗੀ। ਇਹਨਾਂ ਦੋਨੋਂ ਟਰਾਇੰਗਲ ਦੇ ਵਿੱਚ ਏ ਬੀ ਲਾਈਨ ਕਾਮਨ ਹੈ ਨਾ, ਕਿਉਂਕਿ ਜਦੋਂ ਇਹ ਵਾਲੀ ਟਰਾਇੰਗਲ ਤੁਸੀਂ ਡਰੋ ਕਰ ਰਹੇ ਹੋ ਤਾਂ ਉਦੋਂ ਵੀ ਏ ਬੀ ਆ ਰਹੀ ਹੈ ਇਸ ਟਰਾਇੰਗਲ ਦੇ ਵਿੱਚ। ਜਦੋਂ ਇਹ ਵਾਲੀ ਟਰਾਇੰਗਲ ਬਣਾ ਰਹੇ ਹੋ ਉਦੋਂ ਵੀ ਏ ਬੀ ਆਪਾਂ ਡਰੋ ਕਰ ਰਹੇ ਹਾਂ। ਸੋ ਏ ਬੀ ਇਕੁਅਲਸ ਟੂ ਏ ਬੀ ਕਾਮਨ। ਤਿੰਨ ਕੰਡੀਸ਼ਨ ਹੋ ਚੁੱਕੀਆਂ। ਕਿਹੜੀਆਂ ਕਿਹੜੀਆਂ? ਇੱਕ ਟਰਾਇੰਗਲ 'ਚ ਦੇਖੋ, ਇੱਕ ਤਾਂ ਇਹ ਵਾਲਾ ਐਂਗਲ ਹੋਇਆ, ਇੱਕ ਇਹ ਵਾਲਾ ਐਂਗਲ ਹੋਇਆ ਤੇ ਇਹ ਵਾਲੀ ਸਾਈਡ ਐਂਗਲ। ਹੁਣ ਐਂਗਲਸ ਦੇ ਵਿੱਚ ਵਾਲੀ ਸਾਈਡ ਨਹੀਂ ਹੈਗੀ, ਇਹ ਥੋੜੀ ਆ ਸਾਈਡ। ਇਹ ਦੋ ਐਂਗਲ ਨੇ, ਇਹਨਾਂ ਦੇ ਵਿੱਚ ਵਾਲੀ ਸਾਈਡ ਨਹੀਂ ਹੈਗੀ, ਇਹਨਾਂ ਤੋਂ ਬਾਹਰ ਵਾਲੀ ਸਾਈਡ ਹੈ ਐਂਗਲ ਸਾਈਡ। ਸੋ ਬਾਏ AAS rule triangle ABP is congruent to triangle ABQ। ਫਸਟ ਪਾਰਟ ਦੇ ਵਿੱਚ ਇਹੀ ਪ੍ਰੂਵ ਕਰਨਾ ਸੀ। ਸੈਕਿੰਡ ਪਾਰਟ ਦੇ ਵਿੱਚ ਪ੍ਰੂਵ ਕਰਨਾ ਸੀ ਕਿ BP ਇਕੁਅਲ ਹੈ BQ ਦੇ। ਇੱਧਰ ਦੇਖੋ ਹੁਣ BP ਸੈਕਿੰਡ ਥਰਡ, BQ ਸੈਕਿੰਡ ਥਰਡ। ਯੈਸ, ਦੇ ਆਰ ਇਕੁਅਲ ਬਾਏ CPCT। BP ਇਕੁਅਲ ਟੂ BQ ਬਾਏ CPCT। ਡਨ। ਹਾਂਜੀ, ਸੈਕਿੰਡ ਪਾਰਟ ਆਲਮੋਸਟ ਹਰ ਇੱਕ ਕੁਐਸਚਨ ਦੇ ਵਿੱਚ CPCT ਨਾਲ ਹੋ ਜਾਂਦਾ ਹੈ, ਮੋਸਟ ਆਫ ਦ ਕੁਐਸਚਨਸ। ਹਾਂਜੀ, ਨਾਓ ਸਿਕਸਥ ਸਮ। ਫਸਟਲੀ ਵੀ ਵਿਲ ਰੀਡ ਦ ਸਟੇਟਮੈਂਟ। ਇਨ ਦ ਗਿਵਨ ਫਿਗਰ AC ਇਕੁਅਲ ਟੂ AE, AB ਇਕੁਅਲ ਟੂ AD। ਆਹ ਵਾਲੀ ਫਿਗਰ ਦੇ ਵਿੱਚ AC ਇਕੁਅਲ ਹੈ, AC ਇਜ਼ ਇਕੁਅਲ ਟੂ AE। ਆ ਡਬਲ ਟਿਕ ਲਗਾਈਏ ਨਾ ਕਿ AE ਤੇ AC ਇਕੁਅਲ ਨੇ। ਨੈਕਸਟ ਬੋਲੇ AB ਔਰ AD ਇਕੁਅਲ ਹੈ, AB ਔਰ AD ਆ ਸਿੰਗਲ ਟਿਕ ਲਗਾਈਏ, AB ਇਕੁਅਲ ਟੂ AD। ਹਾਂਜੀ, ਨੈਕਸਟ ਐਂਗਲ BAD, BAD ਇਹ ਵਾਲਾ ਐਂਗਲ ਦਿਖ ਰਿਹਾ ਨਾ ਇੱਥੇ ਆ ਡਰੋ ਕੀਤਾ, BAD ਆਹ ਵਾਲਾ ਐਂਗਲ ਇਕੁਅਲ ਹੈ EAC ਦੇ, EAC ਇਸ ਐਂਗਲ ਦੇ ਡਰੋ ਕੀਤੇ ਹੋਏ ਆ ਇੱਥੇ। ਨੈਕਸਟ ਪ੍ਰੂਫ ਕੀ ਕਰਨਾ ਕਿ ਪ੍ਰੂਫ ਕਰੋ BC ਇਕੁਅਲ ਟੂ DE। ਵੀ ਹੈਵ ਟੂ ਸ਼ੋ ਦੈਟ ਕਿ BC ਇਕੁਅਲ ਟੂ DE। ਨਾਓ we will draw the figure here. ਹਾਂਜੀ, figure is given. It is a quadrilateral ABCE. ठीक, D is any point on BC. Draw these, join these 2 points. Suppose this is the D point. Join with the E as well. Next, join A to C as well. ठीक. Now what is given? AE equal to AC, AD equal to AB, and this angle equal to this angle. ठीक. Now what is given? Write down here. Given है जी कि AE equal है AC दे, second given है AB equal है AD दे, and third given है कि angle BAD equal है angle EAC दे। Proof की करना है? To prove BC equal to DE. This is D। ठीक। Now proof। हाँ जी, BC देखो, BC आ वाली कंप्लीट लाइन। सो ऐदा दी ट्राइंगल लवांगे जिस दे विच ये साइड कंप्लीटली आंदी होवे। हुण तुसीं ए वाली ट्राइंगल नहीं लैनी क्योंकि इस ट्राइंगल दे विच तां BC आ नहीं रही, तो आपां ट्राइंगल लवांगे ए वाली क्योंकि इस ट्राइंगल दे विच BC इंक्लूडेड है। ठीक है, आई विल ड्रॉ विद ब्लैक पेन दिस वन। ठीक। नाउ सेकेंड ट्राइंगल जिस दे विच DE आंदी होवे, DE दिस वन DE, तो ए वाली ट्राइंगल ले लीए दिस वन। I am drawing zigzag lines. One I have taken this triangle and second I have taken this black one. ठीक। Now in these two triangles, in triangle
ABC ਐਂਡ ਟਰਾਇੰਗਲ ਸੈਕਿੰਡ ਟਰਾਇੰਗਲ ਹੈ ਜੀ ACE ਤੁਸੀਂ ਨੇਮ ਧਿਆਨ ਨਾਲ ਲਿਖਣਾ ਹੈ ਹੁਣ ਇਹ ਗਿਵਨ ਹੈ ਕਿ AE AC ਦੇ ਇਕੁਅਲ ਹੈ ਸੋ AC ਤਾਂ ਇੱਥੇ ਹੋਏਗਾ AE ਠੀਕ AC AE ਦੇ ਇਕੁਅਲ ਹੈ ਨਾ ਸੋ ਆਪਣੀ ਟਰਾਇੰਗਲ ਹੈ AEC ਨਾ AE ਹੋ ਚੁੱਕਿਆ ਤਾਂ C ਸੈਂਟਰ 'ਚ ਆਏਗਾ ਸੋ ਇਹ ਧਿਆਨ ਰੱਖਣਾ ਜਦੋਂ ਲਿਖ ਰਹੇ ਹੋ ਆਰਡਰ ਕਰੈਸਪੋਂਡਿੰਗ ਪਾਰਟਸ ਹੀ ਲਿਖਣੇ ਆ ਨਾਓ ਵਟ ਇਜ਼ ਗਿਵਨ AE ਇਕੁਅਲ ਟੂ AC ਹੁਣ ਤੁਸੀਂ ਫਿਗਰ 'ਚ ਆਓ AE ਯੈਸ ਇਸ ਜਿਗਜੈਗ ਟਰਾਇੰਗਲ ਦੀ ਸਾਈਡ ਹੈ AC इस ब्लैक ट्राइंगल की साइड है ओके नेक्स्ट AB इक्वल टू AD AB ब्लैक ट्राइंगल की साइड है और AD जिगजैग ट्राइंगल की साइड है ओके दो कंडीशन तो हो गई थर्ड जो गिवन है BAD इक्वल टू EAC BAD ਹੁਣ ਇਹ ਵਾਲਾ ਐਂਗਲ ਹੈ ਨਾ ਇਹ ਵਾਲਾ ਐਂਗਲ ਨਾ ਤਾਂ ਬਲੈਕ ਟਰਾਇੰਗਲ ਦਾ ਹੈ ਨਾ ਹੀ ਜਿਗਜ਼ੈਗ ਟਰਾਇੰਗਲ ਹੈ ਕਿਉਂਕਿ ਬਲੈਕ ਟਰਾਇੰਗਲ ਦਾ ਹੁੰਦਾ ਤਾਂ ਇਹ ਕੰਪਲੀਟ ਹੋਣਾ ਸੀ ਇੱਥੇ ਤੱਕ ਹੈ ਨਾ ਬਲੈਕ ਆਪਣੇ ਕੋਲ ਆ ਬਲੈਕ ਟਰਾਇੰਗਲ ਇੱਥੇ ਤੱਕ ਹੈ ਠੀਕ ਜਿਹੜਾ ਇਹ ਵਾਲਾ ਐਂਗਲ ਗਿਵਨ ਹੈ ਇਹ ਤਾਂ ਹਾਫ ਹੀ ਗਿਵਨ ਹੈ ਆਪਾਂ ਨੂੰ ਠੀਕ ਹੈ ਜਿਹੜਾ ਇਹ ਐਂਗਲ ਗਿਵਨ ਹੈ ਇਹ ਕੰਪਲੀਟ ਹੋਣਾ ਸੀ ਅਗਰ ਬਲੈਕ ਟਰਾਇੰਗਲ ਦਾ ਹੁੰਦਾ ਅਗਰ ਜਿਗਜੈਗ ਦਾ ਹੁੰਦਾ ਤਾਂ ਇੱਧਰ ਹੋਣਾ ਸੀ ਕੰਪਲੀਟ ਸੋ ਜਿਹੜੇ ਐਂਗਲ ਗਿਵਨ ਹੈ ਇਹ ਆਪਾਂ ਨੂੰ ਇਹ ਨਾ ਸੋਚੋ ਕਿ ਤਿੰਨ ਕੰਡੀਸ਼ਨ ਗਿਵਨ ਹੈ ਜੀ ਹੋ ਗਿਆ ਦੋ ਸਾਈਡ ਇੱਕ ਐਂਗਲ SCS ਨਹੀਂ ਜੀ ਜਦੋਂ ਵੀ ਕੁਐਸਚਨ ਦੇ ਵਿੱਚ ਤਿੰਨ ਕੰਡੀਸ਼ਨ ਗਿਵਨ ਹੋਣਗੀਆਂ ਤਾਂ ਓਬਵੀਅਸ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਕੰਡੀਸ਼ਨ ਜਾਂ ਤਾਂ ਐਕਸਟਰਾ ਉਸਦੇ ਵਿੱਚ ਕੁਛ ਨਾ ਕੁਛ ਦਿੱਤਾ ਹੋਇਆ ਜਾਂ ਉਸਦੇ ਵਿੱਚ ਕੁਛ ਨਾ ਕੁਛ ਆਪਾਂ ਨੂੰ ਐਡ ਕਰਨਾ ਪੈਣਾ ਹੈ ਮੀਨਸ ਹਾਫ ਦਿੱਤਾ ਹੋਇਆ ਹੁਣ ਜਿਹੜਾ ਇਹ ਐਂਗਲ ਦਿੱਤਾ ਨਾ BAD ਇਹ ਹਾਫ ਹੀ ਹੈ ਇਹ ਵਾਲਾ ਪਾਰਟ ਤਾਂ ਮਿਸਿੰਗ ਹੈ ਇਹ ਵਾਲਾ ਪਾਰਟ ਗਿਵਨ ਹੈ ਅਗਰ ਇਹ ਵਾਲਾ ਪਾਰਟ ਐਡ ਕਰੋਗੇ ਤਾਂ ਹੀ ਇਸ ਬਲੈਕ ਟਰਾਇੰਗਲ ਦਾ ਕੰਪਲੀਟ ਐਂਗਲ ਬਣਨਾ ਹੈ ਇਹ ਵਾਲਾ ਪਾਰਟ ਐਡ ਕਰਨਾ ਪੈਣਾ ਹੈ DAC ਇਸ ਦੇ ਵਿੱਚ ਕੀ ਐਡ ਕਰੋਗੇ DAC ਠੀਕ ਹੈ ਜੀ ਨੈਕਸਟ ਉਧਰ ਵਾਲਾ ਦੇਖੋ ਹੁਣ EAC ਇਹ ਵਾਲਾ ਐਂਗਲ ਨਾ ਤਾਂ ਇਹ ਜਿਗਜੈਗ ਦਾ ਹੀ ਬਣ ਰਿਹਾ ਕੰਪਲੀਟ ਕਿਉਂਕਿ ਜਿਗਜੈਗ ਦਾ ਕੰਪਲੀਟ ਹੁੰਦਾ ਤਾਂ ਇੱਥੇ ਤੱਕ ਹੋਣਾ ਸੀ ਜਿਗਜੈਗ ਤੋਂ ਲੈ ਕੇ ਜਿਗਜੈਗ ਤੱਕ ਹੀ ਖਤਮ ਹੋਣਾ ਸੀ ਨਾ ਠੀਕ ਸੋ ਇੱਧਰ ਵੀ ਇਹ ਵਾਲਾ ਪਾਰਟ ਮਿਸਿੰਗ ਹੈ ਸੋ ਦੋਨੋਂ ਸਾਈਡ ਆਪਾਂ ਕੀ ਐਡ ਕਰ ਦਾਂਗੇ ਜੀ DAC ਇੱਥੇ ਲਿਖਣਾ ਹੈ ਇੱਥੇ ਇਸ ਤੋਂ ਬਾਅਦ ਲਾਈਨ ਲਿਖਣੀ ਹੈ ਕਿ ਐਡਿੰਗ both sides angle DAC ਇਹ ਤਿੰਨੋਂ ਕੰਡੀਸ਼ਨ ਗਿਵਨ ਸੀ ਲਿਖ ਦਿਓ ਇੱਥੇ ਸਾਈਡ ਤੇ ਕਿ ਗਿਵਨ ਠੀਕ ਨਾਓ ਹੁਣ ਜਦੋਂ ਇਸ ਐਂਗਲ ਦੇ ਵਿੱਚ ਇਹ ਵਾਲਾ ਐਂਗਲ ਐਡ ਕਰਤਾ ਤਾਂ ਇਹ ਕੀ ਬਣ ਗਿਆ ਕੰਪਲੀਟ BAC ਰਾਈਟ ਡਾਊਨ ਹੇਅਰ ਦੋਨੋਂ ਐਡ ਕਰਨ ਤੋਂ ਬਾਅਦ ਕੀ ਬਣ ਗਿਆ BAC ਹੁਣ ਇੱਧਰ ਆਓ ਇਸ ਐਂਗਲ ਦੇ ਵਿੱਚ ਇਹ ਵਾਲਾ ਐਂਗਲ ਐਡ ਕੀਤਾ ਤਾਂ ਇਹ ਕੀ ਬਣ ਗਿਆ ਕੰਪਲੀਟ EAD ਕੀ ਬਣ ਗਿਆ ਜੀ EAD ਹੁਣ ਤਿੰਨ ਕੰਡੀਸ਼ਨ ਹੋ ਗਈਆਂ ਠੀਕ ਕਿਹੜੀਆਂ ਕੰਡੀਸ਼ਨ ਹੈ ਇੱਕ ਟਰਾਇੰਗਲਸ ਦੇਖ ਲਓ ਇਸ ਬਲੈਕ ਟਰਾਇੰਗਲਸ ਦੇਖੋ ਇੱਕ ਤਾਂ ਇਹ ਵਾਲੀ ਸਾਈਡ ਸੀ ਸਿੰਗਲ ਟਿਕ ਵਾਲੀ ਫਿਰ ਇਹ ਵਾਲਾ ਐਂਗਲ ਆਪਾਂ ਕੰਪਲੀਟ ਬਣਾਇਆ ਹਾਫ ਗਿਵਨ ਸੀ ਨਾ DAC ਐਡ ਕਰਕੇ ਬਣਾਇਆ ਫਿਰ ਇਹ ਡਬਲ ਟਿਕ ਵਾਲੀ ਸਾਈਡ ਗਿਵਨ ਸੀ ਸਾਈਡ ਐਂਗਲ ਸਾਈਡ ਸੋ ਬਾਈ SAS ਰੂਲ triangle ABC is congruent to triangle ACE ਠੀਕ ਆਪਾਂ ਪ੍ਰੂਵ ਕੀ ਕਰਨਾ ਸੀ ਕਿ BC DE ਦੇ ਇਕੁਅਲ ਹੈ BC is equal to DE BC is equal to DE by CPCT. I think I have committed a mistake here. I have chosen a triangle ABC and ADE. I have written a C here by mistake. इत्थे D आएगा जी. AD. ठीक है ਆਪਾਂ ਇੱਕ ਤਾਂ ਟਰਾਇੰਗਲ ਇਹ ਲਈ ਸੀ ਬਲੈਕ ਵਾਲੀ ABC ਤੇ ਇੱਕ ਲਈ ਸੀ ਜਿਗਜੈਗ ਵਾਲੀ ADE ਮੈਂ ਭੁੱਲ ਕੇ ਇਹ ਲਿਖਤਾ ਸੀ ਨਹੀਂ ਜੀ ਇਹ ਜਿਗਜੈਗ ਵਾਲੀ ਲਈ ਸੀ ਨਾ ADE ਠੀਕ D ਹੈ ਇੱਥੇ ਸੈਂਟਰ 'ਚ ठीक है दैट्स वाई BC अपना DE ਦੇ ਇਕੁਅਲ ਆਏਗਾ ਨਾ ਕਰੈਸਪੋਂਡਿੰਗ ਪਾਰਟਸ ਓਕੇ ਨੈਕਸਟ 7th ਸਮ ਦੀ ਸਟੇਟਮੈਂਟ ਦੇਖੋ ਹੁਣ AB is a line segment and P is its midpoint D and E are the points on the same side of the AB ਇੱਕ ਲਾਈਨ ਹੈ D और E ਇਸ ਲਾਈਨ ਦੇ ਸੇਮ ਸਾਈਡ ਹੈ ਦੋਨੋਂ ਪੁਆਇੰਟ ਜਾਂ ਤਾਂ ਦੋਨੋਂ ਉੱਪਰ ਹੋਣਗੇ DE ਜਾਂ ਦੋਨੋਂ ਨੀਚੇ ਹੋਣਗੇ AB ਦੇ ਸੇਮ ਸਾਈਡ ਹੈ ਜੀ BAD ਐਂਗਲ ਇਕੁਅਲ ਹੈ ਜੀ ABE ਐਂਗਲ ਦੇ BAD ਇਹ ਵਾਲਾ ਐਂਗਲ ਇਕੁਅਲ ਹੈ ਜੀ ABE ਇਸ ਦੇ ਇਹ ਦੋਨੋਂ ਐਂਗਲ ਇਕੁਅਲ ਹੈ ਔਰ ਇਹ ਦੋਨੋਂ ਐਂਗਲ ਇਕੁਅਲ ਹੈ ਡਬਲ ਟਿਕ ਵਾਲੇ ਇਹ ਸਿੰਗਲ ਟਿਕ ਵਾਲੇ ਇਕੁਅਲ ਨੇ ਔਰ ਡਬਲ ਟਿਕ ਵਾਲੇ ਇਕੁਅਲ ਨੇ ਔਰ ਥਰਡ ਕੰਡੀਸ਼ਨ ਇਹ ਗਿਵਨ ਹੈ ਕਿ P ਮਿਡ ਪੁਆਇੰਟ ਹੈ AB ਦਾ ਪ੍ਰੂਵ ਕੀ ਕਰਨਾ ਹੈ ਇਹ ਦੋ ਪਾਰਟਸ ਪ੍ਰੂਵ ਕਰਨੇ ਆ सो फर्स्टली वी विल ड्रॉ द फिगर हाँ जी फिगर बनाने हैं पहला AB P इज द मिड पॉइंट है अगर P इज द मिड पॉइंट है तो AP और BP इक्वल होंगे क्योंकि अपन पता है मिड पॉइंट बिल्कुल सेंटर च होंगे किसी भी लाइन दो इक्वल पार्ट बनाता है मिड पॉइंट ठीक है जी हुण दिस इज गिवन स्ट्रेट है जी लाइन टिल्टेड नहीं हैगी बिल्कुल स्ट्रेट बनेगी ठीक नाउ दिस इज E एंड दिस इज D ठीक नाउ दिस इज गिवन कि ए वाला एंगल इज द इक्वल है और ए वाला एंगल इज द इक्वल है आ सिंगल टिक वाला इज द इक्वल है और डबल टिक वाला इज डबल टिक वाले द इक्वल है हाँ जी गिवन की है पहला गिवन लिखते हैं व्हाट इज गिवन एक तो गिवन है कि P इज मिड पॉइंट ऑफ AB
अगर P मिड पॉइंट है तो AP और BP इक्वल होंगे, इनडायरेक्टली गिवन है, डायरेक्टली नहीं बोले कि AP और BP इक्वल, नहीं, ये बोलता कि P मिड पॉइंट है। अगर P मिड पॉइंट है तो ऑब्वियस है कि AP और BP इक्वल होंगे। सेकेंड एंगल गिवन है, देखो एंगल गिवन है ना कि BAD ABE दे इक्वल है और EPAD PB दे इक्वल है। राइट डाउन हेयर कि एंगल BAD इक्वल है ABE दे। थर्ड गिवन है जी कि EPA एंगल इक्वल है एंगल DPB दे। ठीक, प्रूव की करना, राइट डाउन टू प्रूव नाउ ट्रायंगल DAP कॉन्गुरेंट है ट्रायंगल EBP दे। सेकेंड पार्ट प्रूव करना है कि AD इक्वल है BE दे। फर्स्ट पार्ट A प्रूव करना है और सेकेंड A प्रूव करना है। नाउ वी विल स्टार्ट विद प्रूफ। हाँ जी, ਜਿਹੜੀਆਂ ਦੋ ट्रायंगल्स ਨੂੰ कॉन्गुरेंट प्रूव करना है ਉਹੀ ਦੋ ट्रायंगल आवांगे। इन ट्रायंगल DAP एंड ट्रायंगल EBP। हाँ जी, ट्रायंगल देखो हम फिगर्स ਕਿਹੜੀਆਂ ਨੇ। DAP this one I'm drawing with black pen। ठीक, this one I think it is visible now। next EBP this blue one। ठीक है, एक तो ब्लैक होगी एक ब्लू होगी। ठीक है जी, इन्होंने दोनों ट्रायंगल्स ਨੂੰ प्रूव करना है कॉन्गुरेंट। एक तो देखो ये जो एंगल है सिंगल टिक वाला, ये ब्लैक ट्रायंगल ਦੇ ਵਿੱਚ कंप्लीट है ना, दोनों ब्लैक लाइन्स ਦੇ ਵਿੱਚ बन रहा है। इधर ये ब्लू वाला देखो सिंगल टिक वाला, आ दोनों ब्लू लाइन्स ਦੇ ਵਿੱਚ बन रहे। सो ये दोनों एंगल तो कंप्लीट है जी, एंगल A और एंगल B, एंगल A और एंगल B। ठीक, सो एंगल BAD इज इक्वल टू एंगल ABE गिवन है ये। सैकेंड आ मिड पॉइंट वाली कि AP लाइन है जी वो ब्लैक ट्रायंगल की बन रही है ना, सैटिस्फाई कर रही है, ब्लैक ट्रायंगल की साइड है। और इधर जी BP लाइन है वो ब्लू ट्रायंगल की साइड है। सो AP इक्वल टू BP ये भी सैटिस्फाई कर रही है अपने ट्रायंगल्स ਨੂੰ, ये भी गिवन है। ठीक, थर्ड जी कंडीशन गिवन है EPA ये वाला एंगल ना, तो ये जो एंगल है डबल टिक वाला कंप्लीटली ब्लैक लाइन से बन रहा, ना ही ब्लू लाइन्स, एक ब्लू लाइन है एक ब्लैक लाइन है। अगर ये ब्लैक लाइन का ब्लैक ट्रायंगल का एंगल होंदा तो ये दो ब्लैक एंगल्स ब्लैक लाइन्स बनना सी कंप्लीट इत्थों लैके इत्थे तक। ये वाला पार्ट मिसिंग है, ये वाला। ठीक, इधर वाला एंगल देखो ये भी एक ब्लैक तो ब्लू के बन रहे, नहीं या तो दोनों ब्लू के ही बने, इत्थों लैके ब्लू तो लैके इत्थे तक बने कंप्लीट। इधर भी ये वाला पार्ट मिसिंग है। सो ये वाली कंडीशन लिखने तो बाद तुसी ये वाला सेंटर वाला एंगल ऐड करोगे, एडिंग बोथ साइड EPD मिसिंग है ये पार्ट। सो राइट डाउन हियर एंगल EPA इज इक्वल टू एंगल DPB ये गिवन है। ठीक है, दोनों साइड की ऐड करोगे, एडिंग बोथ साइड्स, की नेम सी इस एंगल का EPD। हाँ जी, कर दो दोनों साइड एंगल EPD ऐड। आई एम राइटिंग दिस साइड नाउ। हाँ जी, EPA इधर EPA सी ना, इधर लिखो EPA की ऐड किया आप EPD। ठीक, इधर सीगा DPB इधर भी की ऐड किया EPD, दोनों साइड सेम ऐड किया। हुण जो इस एंगल दे विच ए वाला एंगल ऐड किया तो ये कंप्लीट बन गया। इत्थे तक की नेम हो जाएगा एंगल का APD, की बन जाएगा नेम एंगल का APD। हुण इधरली साइड जो इस दे विच ए वाला पार्ट ऐड किया तो ये कंप्लीट बन गया जी BPE। हुण हो गया तीन कंडीशन, दो तो ये सैटिस्फाई कर रही सी, जी थर्ड अधूरी सी हाफ सी वो अपने ऐड करके कंप्लीट बना लिया। ठीक, नाउ तीन कंडीशन हो गया। एक ट्रायंगल चेक करोगे, इस ट्रायंगल चाहो ब्लैक तो ए वाला एंगल, फिर ए वाली साइड, फिर ए वाला एंगल जो आप कंप्लीट बनाया, एंगल साइड एंगल। सो बाय ASA रूल ट्रायंगल DAP इज कॉन्गुरेंट टू ट्रायंगल EBP। नाउ सेकेंड पार्ट्स की प्रूव करना सी कि AD और BE इक्वल ने। AD सेकेंड फर्स्ट, BE सेकेंड फर्स्ट, यस दे आर corresponding parts so they will be equal। AD equal to BE by CPCT ऑलमोस्ट सम ਦੇ ਵਿੱਚ ਸੈਕਿੰਡ ਥਰਡ ਪਾਰਟ CPCT ਨਾਲ ਹੀ ਹੋ ਜਾਂਦਾ ਹੈ। ਜਸਟ ਤੁਸੀਂ ਤਿੰਨ ਕੰਡੀਸ਼ਨਸ ਲਿਖਣੀਆਂ ਹੁੰਦੀਆਂ ਨੇ। ਆਲਮੋਸਟ ਹਰ ਇੱਕ ਕੁਐਸਚਨ ਦੇ ਵਿੱਚ ਟੂ ਕੰਡੀਸ਼ਨਸ ਗਿਵਨ ਹੁੰਦੀਆਂ, ਥਰਡ ਫਿਗਰ ਤੋਂ ਮਿਲ ਜਾਂਦੀ ਹੈ, ਆਈਦਰ ਇਟ ਵਿਲ ਬੀ ਕਾਮਨ ਔਰ ਵਰਟੀਕਲੀ ਆਪੋਜ਼ਿਟ ਐਂਗਲ। और अगर तीन कंडीशन गिवन है किसी भी क्वेश्चन के तो एक कंडीशन हो सकता है उस कुछ एक्सट्रा पार्ट हो सकता है कि कुछ पार्ट मिसिंग हो आप ऐड करना पैंदा। जिवें इस भी आपको एंगल जो ये वाला मिसिंग सीगा कंप्लीट बनाने वास्ते ऐड करना पिया, और इस क्वेश्चन के भी ये वाला मिसिंग सीगा, ये वाला भी आपको ऐड करना पिया। ठीक, नाउ लास्ट क्वेश्चन ऑफ फर्स्ट एक्सरसाइज, 8th क्वेश्चन। हाँ जी, फर्स्टली वी विल रीड द स्टेटमेंट। In right angle triangle ABC, right angle at C and M is the midpoint of hypotenuse AB। की बोले कि ABC एक right angle triangle है, C at right angle, C दे ऊपर right angle given है, और M की है जी AB दा मिड पॉइंट है। ठीक, सो C ते M ਨੂੰ ਜੁਆਇਨ ਕੀਤਾ ਜਾਂਦਾ है, फिर उस लाइन ਨੂੰ ਅੱਗੇ प्रोड्यूस ਕੀਤਾ ਜਾਂਦਾ है D तक।
बोलिया ना C is joined to M and produced up to point D such that DM equal to CM। ਜਦੋਂ CM ਲਾਈਨ ਨੂੰ D ਤੱਕ ਪ੍ਰੋਡਿਊਸ ਕੀਤਾ ਨਾ ਤਾਂ CM ਤੇ DM ਦੋਨੋਂ ਇਕੁਅਲ ਨੇ। ਇੰਨਾ ਕੁ ਵਧਾਇਆ मतलब CM ਲਾਈਨ ਨੂੰ ਓਨਾ ਕੁ ਪ੍ਰੋਡਿਊਸ ਕੀਤਾ ਜਿੰਨਾ CM ਸੀ। ਅਗਰ CM 5 ਸੈਂਟੀਮੀਟਰ ਤੇ ਇਹਨੂੰ ਅੱਗੇ 5 ਸੈਂਟੀਮੀਟਰ ਤੱਕ ਹੀ ਲੈ ਕੇ ਗਏ, ਦੋਨਾਂ ਨੂੰ ਇਕੁਅਲ ਬਣਾਇਆ। ਫਿਰ ਕੀ ਕੀਤਾ, B ਤੇ D ਨੂੰ ਜੁਆਇਨ ਕਰਤਾ। ਐਦਾਂ ਫਿਗਰ ਡਰਾ ਹੋ ਗਈ। ਜ਼ਰੂਰੀ ਨਹੀਂ ਅਗਰ ਪੇਪਰ 'ਚ ਇਹ ਕੁਐਸਚਨ ਆਉਂਦਾ ਕਿ ਫਿਗਰ ਗਿਵਨ ਹੋਵੇ, ਕਿਉਂਕਿ ਹਰ ਇੱਕ ਲਾਈਨ ਫਿਗਰ ਕਿੱਦਾਂ ਬਣੀ ਹੈ ਉਹ ਸਾਰੀ ਦੀ ਸਾਰੀਆਂ ਲਾਈਨਸ ਸਟੇਟਮੈਂਟ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ। ਵੀ ਹੈਵ ਟੂ ਪ੍ਰੂਵ ਥੀਸ 4 ਪਾਰਟਸ। ਦਿਸ ਇਜ਼ ਇੰਪੋਰਟੈਂਟ ਕੁਐਸਚਨ। 6th 7th 8th ਤਿੰਨੋਂ ਇੰਪੋਰਟੈਂਟ ਹੈ। ਹਾਂਜੀ ਹੁਣ ਦੇਖੋ ਹੁਣ ਫਿਗਰ ਆਪਾਂ ਖੁਦ ਬਣਾਉਂਦੇ ਹਾਂ। ਹੁਣ ਕੀ ਬੋਲੇ ਕਿ ABC ਇੱਕ ਰਾਈਟ ਐਂਗਲ ਟਰਾਇੰਗਲ ਹੈ, C ਐਟ ਰਾਈਟ ਐਂਗਲ। ਠੀਕ ਹੈ ਜੀ, ਬਣਾਓ। ABC ਇੱਕ ਰਾਈਟ ਐਂਗਲ ਟਰਾਇੰਗਲ ਹੈ AB। ਹੁਣ ਮੈਂ C ਇੱਥੇ ਕਿਉਂ ਲਿਆ, ਕਿਉਂਕਿ ਉਹਨਾਂ ਨੇ ਬੋਲਿਆ ਨਾ C ਐਟ ਰਾਈਟ ਐਂਗਲ। ਇਹ ਰਾਈਟ ਐਂਗਲ ਹੈ ਨਾ 90 ਡਿਗਰੀ, C ਤੇ ਹੈ ਜੀ 90 ਡਿਗਰੀ। ਠੀਕ, ਕੀ ਬੋਲਿਆ ਉਸ ਤੋਂ ਬਾਅਦ ਕਿ MAB ਦਾ ਮਿਡ ਪੁਆਇੰਟ ਹੈ। M ਕੀ ਹੈ ਜੀ, AB ਦਾ ਮਿਡ ਪੁਆਇੰਟ। ਸੋ ਦਿਸ ਇਜ਼ M ਆਈ ਹੈਵ ਟੇਕਨ ਹੇਅਰ। ਫਿਰ ਕੀ ਬੋਲਿਆ ਕਿ C ਤੇ M ਨੂੰ ਜੁਆਇਨ ਕਰੋ। C ਤੇ M ਨੂੰ ਕੀ ਕਰੋ, ਜੁਆਇਨ। ਹੁਣ ਜਿੰਨੀ CM ਲਾਈਨ ਹੈ ਉਨੀ ਹੀ MD ਲਾਈਨ ਬਣਾਓ। ਉਹਨਾਂ ਨੇ ਬੋਲਿਆ ਕਿ CM ਲਾਈਨ ਨੂੰ ਪ੍ਰੋਡਿਊਸ ਕਰੋ ਅਪ ਟੂ ਪੁਆਇੰਟ D ਸੱਚ ਦੈਟ ਕਿ CM DM ਦੇ ਇਕੁਅਲ ਹੋਏ। ਠੀਕ, ਫਿਰ ਉਹਨਾਂ ਨੇ ਬੋਲਿਆ ਕਿ D ਤੇ B ਨੂੰ ਕੀ ਕਰ ਦੋ, ਜੁਆਇਨ। ਬਣ ਗਈ ਫਿਗਰ ਨਾ। ਹੁਣ ਕਿਉਂਕਿ ਆਪਾਂ ਨੂੰ ਸੈਕਿੰਡ ਲਾਈਨ 'ਚ ਇਹ ਬੋਲਿਆ ਸੀ ਕਿ M ਮਿਡ ਪੁਆਇੰਟ ਹੈ AB ਦਾ। ਅਗਰ M ਮਿਡ ਪੁਆਇੰਟ ਹੈ ਤਾਂ ਇਹ ਦੋਨੋਂ ਕੀ ਹੋਣਗੇ, ਸੇਮ। BM ਕਿਉਂਕਿ ਆਪਾਂ ਸਿੰਗਲ ਟਿਕ ਤਾਂ ਆਲਰੇਡੀ ਲਗਾ ਚੁੱਕੇ, ਹੁਣ ਡਬਲ ਟਿਕ ਨਾਲ ਸ਼ੋ ਕਰ ਦਾਂਗੇ ਕਿ ਇਹ ਦੋਨੋਂ ਕੀ ਨੇ, ਇਕੁਅਲ। ਹਾਂਜੀ ਹੁਣ ਗਿਵਨ ਕੀ ਹੈ, ਰਾਈਟ ਡਾਊਨ ਵਟ ਇਜ਼ ਗਿਵਨ। ਫਸਟ ਗਿਵਨ ਹੈ ਕਿ M ਇਜ਼ ਮਿਡ ਪੁਆਇੰਟ ਆਫ AB। ਅਗਰ AB ਦਾ ਮਿਡ ਪੁਆਇੰਟ ਹੈ ਤਾਂ AM ਔਰ BM ਕੀ ਹੋਣਗੇ, ਇਕੁਅਲ। ਦੈਟ ਇਜ਼ ਕਰਕੇ ਪਾ ਦਿਓ ਜੀ। ਇਨਡਾਇਰੈਕਟਲੀ ਗਿਵਨ ਹੈ ਕਿ AM ਔਰ BM ਇਕੁਅਲ ਹੈ। ਸੈਕਿੰਡ ਗਿਵਨ ਹੈ ਕਿ CM ਇਕੁਅਲ ਹੈ DM ਦੇ। ਇਹ ਤਾਂ ਡਾਇਰੈਕਟਲੀ ਗਿਵਨ ਹੈ ਫਿਗਰ 'ਚ। ਆ ਦੇਖੋ ਡਾਇਰੈਕਟਲੀ ਲਿਖਿਆ ਹੋਇਆ ਕਿ DM CM ਦੇ ਇਕੁਅਲ ਹੈ। ਹਾਂਜੀ ਥਰਡ ਗਿਵਨ ਹੈ ਕਿ C ਐਂਗਲ 90 ਡਿਗਰੀ। ਇਹ ਵੀ ਡਾਇਰੈਕਟਲੀ ਲਿਖਿਆ ਹੋਇਆ ਫਸਟ ਲਾਈਨ 'ਚ ਕਿ C ਐਟ ਰਾਈਟ ਐਂਗਲ। ਸੋ ਇਹ ਤਿੰਨ ਕੰਡੀਸ਼ਨ ਗਿਵਨ ਹੈ ਸਿਰਫ। ਪ੍ਰੂਫ ਕੀ ਕਰਨਾ ਹੁਣ, ਪ੍ਰੂਫ ਟੂ proof 4 parts we have to prove here. In first part we have to prove triangle AMC is congruent to triangle BMD. In second part we have to prove DBC is right angle. Right angle means 90 degree. In third part we have to prove triangle DBC is congruent to triangle ACB. In fourth part we have to prove CM is equal to half of AB. ठीक, now चलो ਕਰਦੇ ਆ ਸਟਾਰਟ ਇਸ ਕੁਐਸਚਨ ਨੂੰ। ਹਾਂਜੀ ਦੇਖੋ ਫਸਟ ਪਾਰਟ ਪ੍ਰੂਵ ਕਰਦੇ ਆ ਪਹਿਲਾਂ। ਫਸਟ ਪਾਰਟ ਪ੍ਰੂਫ। ਹਾਂਜੀ ਫਸਟ ਪਾਰਟ ਦੇਖੋ ਕੀ ਪ੍ਰੂਵ ਕਰਨਾ ਕਿ AMC ਟਰਾਇੰਗਲ ਕੌਨਗਰੂਐਂਟ ਹੈ BMD ਟਰਾਇੰਗਲ ਦੇ। ਇਨ ਟਰਾਇੰਗਲ AMC ਐਂਡ ਟਰਾਇੰਗਲ BMD ਫਿਗਰ ਚ ਆਓ, ਦੋਨੋਂ ਟਰਾਇੰਗਲ ਹੈ ਕਿੱਥੇ ਦੇਖੋ ਫਿਗਰ ਚ। AMC ਇਹ ਵਾਲੀ ਟਰਾਇੰਗਲ ਹੈ, BMD ਇਹ ਵਾਲੀ ਟਰਾਇੰਗਲ ਹੈ। ਇਹਨਾਂ ਦੋਨੋਂ ਟਰਾਇੰਗਲਸ ਨੂੰ ਕੌਨਗਰੂਐਂਟ ਪ੍ਰੂਵ ਕਰਨਾ। ਹੁਣ ਦੇਖੋ ਇਸ ਟਰਾਇੰਗਲ ਦੇ ਵਿੱਚ ਜਿਹੜੀ AM ਲਾਈਨ ਹੈ ਔਰ ਇਸ ਟਰਾਇੰਗਲ ਦੀ ਜਿਹੜੀ BM ਲਾਈਨ ਹੈ ਤਾਂ ਇਕੁਅਲ ਗਿਵਨ ਹੀ ਹੈ ਕਿ AM ਇਕੁਅਲ ਹੈ ਜੀ BM ਦੀ। ਨੈਕਸਟ ਇਸ ਟਰਾਇੰਗਲ ਦੇ ਵਿੱਚ ਆਹ ਵਾਲੀ ਲਾਈਨ CM ਔਰ ਇਸ ਟਰਾਇੰਗਲ ਦੇ ਵਿੱਚ ਇਹ ਵਾਲੀ ਲਾਈਨ DM, ਇਹ ਵੀ ਇਕੁਅਲ ਗਿਵਨ ਹੈ ਆਪਾਂ ਨੂੰ ਕਿ CM ਇਕੁਅਲ ਹੈ DM ਦੇ। ਇਹ ਵੀ ਗਿਵਨ ਹੈ। ਇਹ ਦੋਨੋਂ ਕੰਡੀਸ਼ਨ ਤਾਂ ਗਿਵਨ ਹੀ ਨੇ। ਠੀਕ, ਥਰਡ ਕੰਡੀਸ਼ਨ ਆਪਾਂ ਨੂੰ ਫਿਗਰ ਤੋਂ ਮਿਲ ਜਾਂਦੀ ਹੈ। ਇਹਨਾਂ ਦੋਨੋਂ ਟਰਾਇੰਗਲ ਦੇ ਵਿੱਚ ਆਓ, ਇਹ ਦੋਨੋਂ ਕੀ ਨੇ, ਵਰਟੀਕਲੀ opposite ਐਂਗਲ। ਆਮੋ ਸਾਹਮਣੇ ਬਣ ਰਿਹਾ ਨਾ। ਇਸ ਐਂਗਲ ਨੂੰ ਕੀ ਬੋਲਾਂਗੇ, AMC। ਇਸ ਐਂਗਲ ਨੂੰ ਕੀ ਬੋਲਾਂਗੇ, BMD। ਰਾਈਟ ਡਾਊਨ ਹੇਅਰ ਐਂਗਲ AMC ਇਜ਼ ਇਕੁਅਲ ਟੂ ਐਂਗਲ BMD। ਕਿਉਂ ਇਕੁਅਲ ਨੇ, ਵਰਟੀਕਲੀ opposite ਐਂਗਲਸ। ਫੁੱਲ ਫਾਰਮ ਲਿਖਣੀ ਹੈ ਜੀ। ਤਿੰਨ ਕੰਡੀਸ਼ਨ ਹੋ ਗਈਆਂ। ਟਰਾਇੰਗਲ ਚ ਆਓ, ਕਿਸੇ ਵੀ ਟਰਾਇੰਗਲ, ਚਾਹੇ ਇਸ ਟਰਾਇੰਗਲ ਦੇਖ ਲਓ ਚਾਹੇ ਇਸ ਟਰਾਇੰਗਲ ਦੇਖ ਲਓ। ਇਸ ਟਰਾਇੰਗਲ ਚ ਆਓ, ਇੱਕ ਤਾਂ ਇਹ ਵਾਲੀ ਸਾਈਡ ਹੋ ਗਈ, ਫਿਰ ਇਹ ਵਾਲਾ ਐਂਗਲ ਹੋਇਆ, ਫਿਰ ਇਹ ਵਾਲੀ ਸਾਈਡ, ਸਾਈਡ ਐਂਗਲ ਸਾਈਡ। ਸੋ ਬਾਈ SAS ਰੂਲ triangle AMC is congruent to BMD। ਫਸਟ ਪਾਰਟ ਤਾਂ ਹੋ ਗਿਆ ਜੀ ਪ੍ਰੂਫ। ਠੀਕ ਹੈ, ਮੈਂ ਤੁਹਾਨੂੰ ਫਸਟ ਪਾਰਟ ਜਿਹੜੀ ਵੀਡੀਓ ਬਣਾਈ ਸੀ ਉਸ ਦੇ ਵਿੱਚ ਦੱਸਿਆ ਸੀ ਕਿ ਜਦੋਂ ਦੋ ਟਰਾਇੰਗਲਸ ਕੌਨਗਰੂਐਂਟ ਹੋਣ ਤਾਂ ਉਹਨਾਂ ਦੇ ਸਾਰੇ ਕੋਰਿਸਪੋਂਡਿੰਗ ਪਾਰਟਸ ਇਕੁਅਲ ਹੁੰਦੇ ਆ। ਠੀਕ, ਹੁਣ ਦੇਖੋ ਅਗਰ ਇਹ ਦੋਨੋਂ ਟਰਾਇੰਗਲਸ ਕੌਨਗਰੂਐਂਟ ਪ੍ਰੂਵ ਹੋ ਗਿਆ ਤਾਂ AC ਕਿਸ ਦੇ ਇਕੁਅਲ ਹੋਏਗਾ, AC ਫਸਟ ਥਰਡ। ਇੱਧਰ ਦੇਖੋ ਫਸਟ ਥਰਡ BD। ਸੋ AC ਇਕੁਅਲ ਹੋਏਗਾ ਜੀ BD ਦੀ। ਇਹ ਮੈਂ ਕਿਉਂ ਲਿਖ ਰਹੀ ਹਾਂ, ਕਿਉਂਕਿ ਜਿਹੜੇ ਅੱਗੇ ਪਾਰਟਸ ਪ੍ਰੂਵ ਕਰਨੇ ਆ ਨਾ ਉਹਨਾਂ ਦੇ ਵਿੱਚ ਜ਼ਰੂਰਤ ਪਏਗੀ, ਉਹਨਾਂ ਦੇ ਵਿੱਚ ਰਿਕੁਆਇਰਮੈਂਟ ਹੋਏਗੀ। ਠੀਕ ਹੈ, ਸੋ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਨਾ ਕੁਐਸਚਨਸ ਦੀ, ਉਦੋਂ ਤੁਹਾਨੂੰ ਪਤਾ ਲੱਗ ਜਾਏਗਾ ਕਿਸ ਚੀਜ਼ ਦੀ ਜ਼ਰੂਰਤ ਹੈ। ਜਾਂ ਤੁਸੀਂ ਇੱਦਾਂ ਕਰੋ, ਹੁਣ ਨਾ ਲਿਖੋ, ਸੈਕਿੰਡ ਪਾਰਟ ਕਰੋ ਪ੍ਰੂਫ, ਦੇਖਿਓ ਫਿਰ ਕਿਸ ਚੀਜ਼ ਦੀ ਜ਼ਰੂਰਤ ਪੈ ਰਹੀ ਹੈ, ਫਿਰ ਫਸਟ ਦੇ ਵਿੱਚ ਦੁਬਾਰਾ ਆਓਗੇ। ਠੀਕ, ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਇਸ ਪਾਰਟ ਦੀ ਅੱਗੇ ਜ਼ਰੂਰਤ ਪੈਣੀ ਹੈ। ਠੀਕ ਹੈ ਜੀ, ਇੱਕ ਤਾਂ ਇਹ ਹੋ ਗਿਆ। ਨੈਕਸਟ ਹੁਣ ਦੇਖੋ ਇਹ ਵਾਲਾ ਐਂਗਲ ਹੈ ਜਿਹੜਾ, ਕਿਹੜਾ ਐਂਗਲ ਹੈ ਇਹ, BDM। BDM ਇਸਨੂੰ ਇਹ ਬੋਲੋਗੇ ਜਾਂ ਬੋਲੋਗੇ MDB, ਉਹ ਦੈਟਸ ਯੋਰ ਚੋਇਸ। ਹੁਣ ਦੇਖੋ ਇੱਥੇ ਆਓ,
BDM फर्स्ट थर्ड सेकंड, इधर लिखो BDM किस इक्वल होएगा, BDM फर्स्ट थर्ड सेकंड, इधर लिखो फर्स्ट A थर्ड C एंड सेकंड M, इधर इक्वल होएगा करस्पॉन्डिंग पार्ट। देखो ACM केड़ा है, ACM ए वाला एंगल, सो ए वाला एंगल ये इक्वल आ रही है जी, ठीक है, बाय ये दोनों पार्ट किवें आए, बाय CPCT। ये भी क्यों लिया है, क्योंकि ये भी अगे यूज होना है। हुण तुसीं देखो सपोज ये सिर्फ ये दो लाइन्स ने अपने को, सपोज अपने को सिर्फ ये दो लाइन्स ने गियां, ठीक, और ए वाली लाइन है एक DC, ए वाली लाइन है अपने को DB और ए वाली लाइन है अपने को AC। हुण ही प्रूव किया कि ए वाला एंगल इज द इक्वल है, ठीक है। सपोज ये दोनों लाइन्स बिल्कुल स्ट्रेट लाइन्स ने और ये दोनों एंगल देखो, एक लाइन के इस साइड बन रहा है, एक लाइन के इस साइड बन रहा है, अल्टरनेट इंटीरियर नहीं होए ये। अगर अल्टरनेट इंटीरियर एंगल्स इक्वल ने तो लाइन्स की होणगियां पैरेलल, क्योंकि जो आप लाइन एंड एंगल चैप्टर पढ़िया सी उदों पढ़िया सी कि जो लाइन्स पैरेलल होण ना तो अल्टरनेट इंटीरियर एंगल्स इक्वल होंदे आ। सो इत्थे ये प्रूव हो गया कि अल्टरनेट इंटीरियर एंगल्स इक्वल है, तो इट मीनस लाइन्स पैरेलल होणगियां। सो राइट डाउन हियर कि ये कंडीशन की इंप्लाई कर रही है कि जिहड़ी लाइन BD है ना वो की होएगी AC दे पैरेलल होएगी, क्योंकि ये दोनों एंगल्स की बना रहे हैं, अल्टरनेट इंटीरियर एंगल्स का पेयर बना रहे हैं। अगर ये दोनों एंगल्स इक्वल है तो ऑब्वियसली लाइन्स पैरेलल होणगियां, क्योंकि अल्टरनेट इंटीरियर एंगल सिर्फ पैरेलल लाइन्स दे विच ही इक्वल होंदे आ। हुण सैकेंड पार्ट दे विच आओ, सैकेंड पार्ट्स की प्रूव करना है कि DBC एक राइट एंगल है। DBC देखो किहड़ा एंगल, DBC ए वाला एंगल। हुण देखो ये दोनों लाइन्स नूं आपां पैरेलल प्रूव किया है ना, ये दोनों लाइन्स नूं साइड ते बनाओ फिगर दोबारा, ये दोनों लाइन्स है जी पैरेलल। हुण एक ये लाइन आ गई विच DBCA, ए एंगल का 90 है, इस एंगल 90 प्रूव करना है। जो पैरेलल लाइन्स होन और लाइन के सेम साइड जो दोनों एंगल बनते हैं उन्होंने की बोलते हैं, ये जो दोनों एंगल है वो लाइन्स के उपर बन रहे हैं दोनों, ये नहीं है कि एक इधर बन रहे एक इधर बन रहे। अगर ऐदा होंदा फिर तो अल्टरनेट इंटीरियर होंदे ने, बट ये दोनों सेम साइड है, ये भी उपर है BC लाइन और ये भी उपर है और पैरेलल लाइन्स के विच है। सो ये दोनों की होए को इंटीरियर एंगल्स। सो एंगल DBC एंड एंगल ACB ये दोनों की यानी को इंटीरियर एंगल का सम कितना होंदा 180। कदों होंदा जदों लाइन्स पैरेलल होन, तां करके लाइन्स पैरेलल प्रूव कीतियां सी, ठीक है। इत्थे लिखोगे को इंटीरियर एंगल्स, ठीक लिखोगे तुसी, क्योंकि BD लाइन पैरेलल है जी AC लाइन में। प्रूव किया है ना फर्स्ट पार्ट दे विच कि BD लाइन पैरेलल है AC लाइन दे। सो ये दोनों एंगल बनाएंगे को इंटीरियर, और C एंगल तो आपको दिता ही होया 90, इत्थे 90 पुट कर दो, इधर प्लस है उधर की हो जाएगा माइनस, ठीक। ये तो दिता ही होया आपको 90 डिग्री इक्वल टू 180। सो DBC इक्वल टू 180 माइनस 90 कितना आ गया जी 90। यही प्रूव करना सी कि DBC अपना राइट एंगल है, हो गया जी सेकंड पार्ट प्रूफ। थर्ड पार्ट दिस इज इंपोर्टेंट, सैकेंड पार्ट बहुत इंपोर्टेंट है। सारे बच्चे इस गलती कर देंगे क्योंकि वो लाइन्स को पैरेलल प्रूफ नहीं करते और रट्टा लगा लेंगे कि इन्होंने दोनों का सम 180 लिख दिए। ਜਦੋਂ तक लाइन्स पैरेलल ही नहीं हैगियां तो तुसीं किद्दां कह सकते हो कि वो को इंटीरियर एंगल्स का सम 180 होएगा, ठीक है। मन्निया कि को इंटीरियर एंगल्स का है, बट को इंटीरियर एंगल का सम 180 सिर्फ पैरेलल लाइन्स विच ही होंदा। सो फर्स्टली ये जरूरी है, दिस इज नेसेसरी एंड सफिशिएंट कंडीशन टू प्रूव दीज लाइन्स आर पैरेलल। हाँ जी, थर्ड पार्ट नाउ, थर्ड पार्ट दे विच प्रूव करना है कि DBC ट्रायंगल कॉन्गुरेंट है ACB ट्रायंगल दी। राइट डाउन हियर ट्रायंगल DBC एंड ट्रायंगल ACB, ठीक है जी। फिगर चाहो हूँ DBC आ वाली ट्रायंगल, लेट मी हाईलाइट विद ब्लैक पेन, दिस वन, ठीक, दिस वन ए वाली ट्रायंगल ब्लैक वन कॉन्गुरेंट है इस ब्लू ट्रायंगल दी ACB। हुण देखो जी ब्लू ट्रायंगल है उस ये ब्लैक लाइन भी रिपीट हो रही है, इट मीनस इसका मतलब की है कि जी BC लाइन है इस ट्रायंगल की भी साइड है और ब्लैक एंगल की भी, ब्लैक ट्रायंगल की भी साइड है। सो BC लाइन तो कॉमन हुई। नैक्सट राइट डाउन फर्स्टली ईयर BC इक्वल टू CB कॉमन, BC इक्वल टू CB कॉमन, ठीक है, ये तो पता लग गया। नैक्सट इस ट्रायंगल ब्लू ट्रायंगल आ जो एंगल C 90 डिग्री है और इस ब्लैक ट्रायंगल एंगल B 90 डिग्री, क्योंकि हुणे प्रूव किया आप सैकेंड पार्ट लिख दो जी एंगल B और एंगल C दोनों 90 डिग्री है। प्रूवड इन एक तो गिवन ही C और सैकेंड आप प्रूव किया ए वाला B वाला इन सैकेंड पार्ट, प्रूवड इन सैकेंड पार्ट, ठीक। थर्ड कंडीशन की है जी ए वाली जी लाइन है ना DB और इधर AC इन्होंने इक्वल प्रूव किया फर्स्ट पार्ट CPCT नाल AC और BD थोड़ा बोलिया ना अगे जरूरत पएगी। राइट डाउन हियर AC इक्वल टू BD proved in first part or you can write proved above, proved in first part। हाँ जी, now three conditions done। केड़ियां केड़ियां ब्लैक ट्राइंगल चाहो, एक तो ए वाली साइड है, फिर ए वाला एंगल 90, फिर ए वाली साइड BC, साइड एंगल साइड। सो बाय SAS रूल
triangle DBC is congruent to triangle ACB। ठीक, ये दोनों ट्राइंगल्स हो गए सी कॉन्गूरेंट। हुण फोर्थ पार्ट च प्रूव करने की CM और AB ਦੇ ਵਿੱਚ ਰਿਲੇਸ਼ਨ ਕੀ ਹੈ। CM इज हाफ ऑफ AB, दिस वी हैव टू प्रूफ। देखो हुण ਆਪਾਂ प्रूव किया कि ए वाली ब्लैक ट्राइंगल इस ब्लू ट्राइंगल ਦੇ कॉन्गूरेंट है। हुण ਜਿਹੜੀ ब्लैक ट्राइंगल या CD लाइन है ना, ये देखो किहदे इक्वल होएगी। इत्थे देखो CD थर्ड फर्स्ट BA, सो CD इक्वल होएगी जी BA दे बाय CPCT। ये फोर्थ पार्ट च यूज करना है, मैं तां लिखिया। देखो जी आ CD लाइन है ना, आ BA लाइन दे इक्वल होएगी। करस्पोंडिंग पार्ट्स लिखे मैं CD थर्ड फर्स्ट, इधर थर्ड फर्स्ट की है BA। ठीक, नाउ राइट डाउन फोर्थ पार्ट। हुणे ਆਪਾਂ प्रूव किया कि CD इक्वल है जी BA, या BA ਨੂੰ ਆਪਾਂ AB भी लिख सकते हैं। AB ਤਾਂ ਆਪਾਂ ਨੂੰ ਡਿਕਟੋ ਚਾਹੀਦਾ, AB ਨੂੰ ਨਹੀਂ ਆਪਾਂ ਚੇਂਜ ਕਰਾਂਗੇ। ਹੁਣ CD ਤਾਂ ਆਪਾਂ ਨੂੰ ਚਾਹੀਦਾ ਨਹੀਂ, ਜੋ ਪ੍ਰੂਵ ਕਰਨਾ ਹੈ CM ਚਾਹੀਦਾ ਜੀ। ਹੁਣ ਫਿਗਰ ਚ ਆਓ ਕਿ ਜਿਹੜੀ CD ਲਾਈਨ ਹੈ ਉਹ ਇਦਾਂ ਲਿਖ ਸਕਦੇ ਆ CM plus DM ਲਿਖ ਸਕਦੇ ਆ ਨਾ, ਕਿ CD ਲਾਈਨ ਕਿੱਦਾਂ ਬਣੀ ਹੈ, CM ਤੇ DM ਨੂੰ ਜੁਆਇਨ ਕਰਕੇ ਬਣੀ ਹੈ। ਇਹ ਦੋ ਟੁਕੜਿਆਂ ਨੂੰ ਮਿਲਾ ਕੇ ਬਣੀ ਹੈ ਨਾ, ਸੋ CD ਦੀ ਜਗ੍ਹਾ ਤੇ ਆਪਾਂ ਲਿਖ ਰਹੇ ਹਾਂ ਜੀ CM plus DM। और BA ਨੂੰ ਆਪਾਂ ਲਿਖ ਸਕਦੇ ਆ AB, नो प्रॉब्लम, चेंज कर सकते हैं ना ऑर्डर। B इस लाइन ਨੂੰ ਚਾਹੇ AB ਬੋਲੋ ਚਾਹੇ BA ਬੋਲੋ, ਡਸਨਟ ਮੈਟਰ। ਹੁਣ CM ਤੇ DM ਆਪਾਂ ਨੂੰ ਇਕੁਅਲ ਦਿੱਤੇ ਹੋਏ ਸੀਗੇ, ਕੁਐਸਚਨ 'ਚ ਹੀ ਦਿੱਤੇ ਸੀ ਕਿ CM ਔਰ DM ਇਕੁਅਲ ਹੈ। ਸੋ DM ਦੀ ਜਗ੍ਹਾ ਤੇ ਆਪਾਂ CM ਪੁੱਟ ਕਰ ਸਕਦੇ ਆ ਨਾ, ਕਿਉਂਕਿ ਇਕੁਅਲ ਹੈ। ਇੱਥੇ ਸਾਈਡ ਤੇ ਲਿਖੋਗੇ ਕਿ CM ਇਕੁਅਲ ਸੀ ਜੀ DM ਦੇ। ਇਹਦਾ ਮਤਲਬ ਕੀ ਹੁੰਦਾ, ਬਿਕੋਜ਼ ਅਗਰ ਦੋ ਡੋਟ ਆਪਾਂ ਉੱਪਰ ਪਾ ਰਹੇ ਹਾਂ, ਇੱਕ ਨੀਚੇ ਪਾ ਰਹੇ ਹਾਂ, ਇਹਦਾ ਮਤਲਬ ਹੁੰਦਾ ਬਿਕੋਜ਼ CM plus CM ਕੀ ਹੋ ਗਿਆ 2CM ਇਕੁਅਲ ਟੂ AB। ਹੁਣ 2 ਇੱਧਰ ਮਲਟੀਪਲਾਈ ਹੈ, ਇੱਧਰ ਕੀ ਹੋ ਜਾਏਗਾ डिवाइड, हाफ आ जाएगा। सो यही आप प्रूव करना सी कि CM इज हाफ ऑफ AB। डन, दिस इज वेरी वेरी इंपॉर्टेंट।